ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ YouTube ਚੈਨਲ। ਹੋਪ ਸੋ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਸੇਫ ਹੋਵੋਗੇ। ਸਭ ਤੋਂ ਪਹਿਲਾਂ ਤਾਂ ਮੇਰੀ ਰਿਕੁਐਸਟ ਹੈ ਮੇਰੇ ਫਰੈਂਡਸ ਨੂੰ, ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਆਸਟ੍ਰੇਲੀਆ ਦੇ ਲੇਟੈਸਟ ਅਪਡੇਟਸ ਜਲਦ ਤੋਂ ਜਲਦ ਲੈ ਸਕੋ। ਅੱਜ ਆਪਾਂ ਗੱਲ ਕਰਨ ਲੱਗੇ ਹਾਂ ਹਾਈ ਕਮਿਸ਼ਨਰ ਬਾਰੇ, ਜਿਹੜੇ ਕਿ ਹਾਈ ਕਮਿਸ਼ਨਰ ਨੇ ਇੰਡੀਆ ਦੇ। ਉਹਨਾਂ ਨੇ ਕੁਝ ਸਟੇਟਮੈਂਟਸ ਦਿੱਤੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ। ਚਲੋ ਫਿਰ ਪੜ੍ਹਦੇ ਹਾਂ। Australia risking its reputation among Indian students with harsh border policy, High Commissioner say। ਉਹ ਕਹਿੰਦੇ ਨੇ ਕਿ ਆਸਟ੍ਰੇਲੀਆ ਦੀ ਜਿਹੜੀ ਰੈਪੂਟੇਸ਼ਨ ਆ ਉਹ ਰਿਸਕ ਦੇ ਉੱਪਰ ਆ ਗਈ ਇੰਡੀਅਨ ਸਟੂਡੈਂਟਸ ਦੇ ਵਿੱਚ, ਕਿਉਂਕਿ ਉਹ ਬਾਰਡਰ ਨੇ ਜਿਹੜੇ ਬਹੁਤ ਟਾਈਮ ਤੋਂ ਓਪਨ ਨਹੀਂ ਕਰ ਰਹੇ। ਇਸ ਦੇ ਨਾਲ ਹੀ ਉਹ ਕਹਿੰਦੇ ਆ ਇਟਸ ਰੈਪੂਟੇਸ਼ਨ ਐਜ਼ ਅ ਵੈਲਕਮਿੰਗ ਪਲੇਸ ਫॉर ਇੰਟਰਨੈਸ਼ਨਲ ਸਟੂਡੈਂਟਸ if it does not offer them hope about when they can return to the country to study। ਉਹ ਕਹਿੰਦੇ ਨੇ ਕਿ ਜਿਹੜੇ ਇਹਦੀ ਰੈਪੂਟੇਸ਼ਨ ਆ ਆਸਟ੍ਰੇਲੀਆ ਦੀ, ਉਹ ਇੱਕ ਵੈਲਕਮਿੰਗ ਪਲੇਸ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ। ਪਰ ਜੇ ਉਹ ਉਹਨਾਂ ਬੱਚਿਆਂ ਨੂੰ ਕੋਈ ਜਿਹੜਾ ਹੋਪ ਹੀ ਨਹੀਂ ਦੇਣਗੇ, ਕੋਈ ਟਾਈਮ ਲਾਈਨ ਗਾਈਡਲਾਈਨ ਨਹੀਂ ਦੇਣਗੇ ਕਿ ਕਦੋਂ ਬੋਰਡਰਸ ਓਪਨ ਹੋਣਗੇ, ਤਾਂ ਉਹਨਾਂ ਦੀ ਜਿਹੜੀ ਰੈਪੂਟੇਸ਼ਨ ਆ ਸਟੂਡੈਂਟਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਡਾਊਨ ਹੋ ਜਾਏਗੀ। ਇਸ ਦੇ ਨਾਲ ਹੀ ਇੰਡੀਆਜ਼ ਹਾਈ ਕਮਿਸ਼ਨਰ ਟੂ ਆਸਟ੍ਰੇਲੀਆ ਸਟੈਂਡਰਡ ਟਰੈਵਲ ਰਿਸਟ੍ਰਿਕਸ਼ਨਸ ਕੁਡ ਕੋਜ਼ ਫਰਸਟ੍ਰੇਸ਼ਨ। ਉਹ ਕਹਿੰਦੇ ਕਿ ਜਿਹੜੀ ਇਹ ਬਾਰ-ਬਾਰ ਟਰੈਵਲ 'ਤੇ ਬੈਨ ਲਗਾਇਆ ਜਾ ਰਿਹਾ, ਫਰਸਟ੍ਰੇਸ਼ਨ ਆ ਜਿਹੜੀ ਕ੍ਰੀਏਟ ਕਰ ਸਕਦੀ ਹੈਗੀ ਸਟੂਡੈਂਟਸ ਦੇ ਵਿੱਚ, ਅਤੇ ਐਨਜ਼ਾਈਟੀ ਵੀ, ਜਿਸ ਨਾਲ ਸਟੂਡੈਂਟਸ ਨੇ ਜਿਹੜੀਆਂ ਕਈ ਵਾਰ ਰੋਂਗ ਸਟੈਪ ਵੀ ਚੱਕ ਸਕਦੇ ਆ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਪੈਸੇ ਪੇ ਕਰੇ ਨੇ ਉਹਨਾਂ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰਨ ਦੇ ਲਈ। ਸੋ ਉਹ ਕਹਿੰਦੇ ਨੇ ਕਿ ਐਨਜ਼ਾਈਟੀ ਅਮੰਗ ਥਾਊਜ਼ੈਂਡ ਆਫ ਸਟੂਡੈਂਟਸ ਹੂ ਹੈਵ ਬੀਨ ਅਨਏਬਲ ਟੂ ਟਰੈਵਲ ਆਸਟ੍ਰੇਲੀਆ ਟੂ ਅੰਡਰਟੇਕ ਦੇਅਰ ਕੋਰਸ। ਉਹ ਕਹਿੰਦੇ ਆ ਕਿ ਇਹ ਉਹਨਾਂ ਦੇ ਵਿੱਚ ਐਨਜ਼ਾਈਟੀ ਕ੍ਰੀਏਟ ਕਰ ਸਕਦੀ ਆ ਥਾਊਜ਼ੈਂਡ ਆਫ ਸਟੂਡੈਂਟਸ ਦੇ ਵਿੱਚ, ਜਿਹੜੇ ਕਿ ਅਨਏਬਲ ਨੇ ਟਰੈਵਲ ਕਰਨ ਦੇ ਲਈ ਆਸਟ੍ਰੇਲੀਆ ਦੇ ਵਿੱਚ। ਐਡਿੰਗ ਦੈਟ ਆਨਲਾਈਨ ਐਜੂਕੇਸ਼ਨ ਵਾਜ਼ ਨੋਟ ਵਾਟ ਦੇ ਸਾਈਨਡ ਅਪ ਫੋਰ। ਉਸ ਦੇ ਨਾਲ ਹੀ ਉਹ ਐਡ ਕਰਦੇ ਨੇ ਕਿ ਜਿਹੜੀ ਆਨਲਾਈਨ ਐਜੂਕੇਸ਼ਨ ਆ ਉਹ ਐਜੂਕੇਸ਼ਨ ਨਹੀਂ ਹੈ ਜਿਸ ਐਜੂਕੇਸ਼ਨ ਲਈ ਉਹਨਾਂ ਨੇ ਆਪਣੀਆਂ ਜਿਹੜਾ ਯੂਨੀਵਰਸਿਟੀ ਦੇ ਵਿੱਚ ਇਨਰੋਲਮੈਂਟ ਲਈ ਸੀਗੀ। ਉਹ ਕਹਿੰਦੇ ਕਿ ਆਸਟ੍ਰੇਲੀਆ ਗੌਰਮੈਂਟ ਟੂ ਸਪੈਲ ਆਊਟ ਅ ਟਾਈਮ ਫਰੇਮ ਫੋਰ ਅ ਸਟੇਜਡ ਕੋਵਿਡ ਸੇਫ ਰਿਟਰਨ ਟੂ ਔਨ ਕੈਂਪਸ ਸਟੱਡੀ ਸੋ ਸਟੂਡੈਂਟ ਹੈਡ ਸਮਥਿੰਗ ਟੂ ਲੁੱਕ ਫੋਰਵਰਡ ਟੂ। ਉਹ ਕਹਿੰਦੇ ਆ ਕਿ ਆਸਟ੍ਰੇਲੀਆ ਨੂੰ ਕਮ ਸੇ ਕਮ ਇੱਕ ਟਾਈਮ ਲਾਈਨ ਜਾਂ ਗਾਈਡਲਾਈਨ ਦੇ ਦੇਣੀ ਚਾਹੀਦੀ ਆ ਸਟੂਡੈਂਟਸ ਨੂੰ, ਅਤੇ ਕੋਵਿਡ ਸੇਫ ਰਿਟਰਨ ਆ ਜਿਹੜੀ ਸਟੂਡੈਂਟਸ ਦੇ ਕੈਂਪਸ ਦੇ ਉੱਪਰ ਕਰਾਉਣੀ ਚਾਹੀਦੀ ਆ, ਅਤੇ ਉਹਨਾਂ ਨੂੰ ਕੋਈ ਨਾ ਕੋਈ ਸਟੇਟਮੈਂਟ ਦੇਣੀ ਚਾਹੀਦੀ ਹੈਗੀ ਤਾਂ ਜੋ ਸਟੂਡੈਂਟਸ ਨੂੰ ਅੱਗੇ ਦੇਖਣ ਲਈ, ਫਿਊਚਰ ਦੇ ਵਿੱਚ ਸੋਚਣ ਲਈ ਕੁਝ ਹੋਵੇ ਕਿ ਹਾਂ ਉਹਨਾਂ ਦੀ ਟਰੈਵਲ ਖੁੱਲ੍ਹੇਗੀ ਅਤੇ ਅਸੀਂ ਉੱਥੇ ਜਾਵਾਂਗੇ, ਸਟੱਡੀ ਕਰਾਂਗੇ। ਸੋ ਕੋਈ ਨਾ ਕੋਈ ਹੋਪ ਆ ਜਿਹੜੀ ਸਟੂਡੈਂਟਸ ਨੂੰ ਦੇਣੀ ਚਾਹੀਦੀ ਆ। ਸੋ ਇਸ ਦੇ ਨਾਲ ਹੀ ਉਹ ਕਹਿੰਦੇ ਹੈਗੇ ਆ ਲੋਟ ਆਫ ਫਰਸਟ੍ਰੇਸ਼ਨ। ਕਹਿੰਦੇ ਅਬਾਊਟ 1,58,000 ਸਟੂਡੈਂਟ ਵੀਜ਼ਾ ਹੋਲਡਰ ਰਿਮੇਨਡ ਆਊਟਸਾਈਡ ਆਸਟ੍ਰੇਲੀਆ ਐਜ਼ ਆਫ ਦ ਸਟਾਰਟ ਆਫ ਜੁਲਾਈ। ਉਹ ਕਹਿੰਦੇ ਨੇ ਕਿ ਜੁਲਾਈ ਤੱਕ ਜਿਹੜੇ 1,58,000 ਸਟੂਡੈਂਟ ਨੇਗੇ ਜਿਹੜੇ ਆਊਟ ਆਫ ਆਸਟ੍ਰੇਲੀਆ ਬੈਠੇ ਨੇਗੇ, ਜਿਹੜੇ ਕੋਈ ਔਨਲਾਈਨ ਸਟੱਡੀ ਕਰ ਰਿਹਾ ਅਤੇ ਕੋਈ ਡੈਫਰਮੈਂਟ ਲੈ ਰਿਹਾ। ਜੇ ਇਹ ਗੱਲ ਕਰੀ ਜਾਵੇ, ਫਿਗਰ ਹੈ ਜਿਹੜੀ ਸੈਕਿੰਡ ਨੰਬਰ 'ਤੇ ਆਉਂਦੀ ਹੈਗੀ ਇੰਡੀਆ ਜਿਹੜਾ ਚਾਈਨਾ ਤੋਂ ਬਾਅਦ, ਕਿਉਂਕਿ ਚਾਈਨਾ ਦੇ ਬੱਚੇ ਜ਼ਿਆਦਾ ਨੇਗੇ ਜਿਹੜੇ ਕਿ ਉਹਨਾਂ ਦੀ ਹੋਮ ਕੰਟਰੀ ਦੇ ਵਿੱਚ ਬੈਠੇ ਨੇ, ਵੇਟ ਕਰ ਰਹੇ ਨੇ ਕਿ ਬੋਰਡਰ ਕਦੋਂ ਓਪਨ ਹੋਣਗੇ। ਫਸਟ ਨੰਬਰ 'ਤੇ ਚਾਈਨਾ ਅਤੇ ਸੈਕਿੰਡ ਨੰਬਰ 'ਤੇ ਜਿਹੜਾ ਇੰਡੀਆ ਆ ਰਿਹਾ। ਦ ਇੰਪੈਕਟ ਆਫ ਦ ਕਰਬਸ ਔਨ ਸਟੂਡੈਂਟਸ ਟਰੈਵਲ ਵਾਜ਼ ਅ ਬਿਗ ਇਸ਼ੂ ਫੋਰ ਦ ਇੰਡੀਅਨ ਹਾਈ ਕਮਿਸ਼ਨ। ਸੋ ਕਹਿ ਰਹੇ ਨੇ ਕਿ ਜਿਹੜਾ ਇਹ ਟਰੈਵਲ ਬੈਨ ਹੈਗਾ ਇਹ ਕਾਫੀ ਜ਼ਿਆਦਾ ਬਿਗ ਇਸ਼ੂ ਹੈਗਾ ਇੰਡੀਅਨ ਹਾਈ ਕਮਿਸ਼ਨ ਦੇ ਉੱਪਰ। ਬਟ ਫਸਟ ਐਂਡ ਫੋਰਮੋਸਟ ਕਹਿੰਦੇ ਬਟ ਸਭ ਤੋਂ ਪਹਿਲਾਂ ਇਟ ਇਜ਼ ਦ ਵੈਰੀ ਬਿਗ ਇਸ਼ੂ ਫੋਰ ਦ ਐਕਚੁਅਲ ਸਟੂਡੈਂਟਸ ਅਫੈਕਟਡ ਬਾਈ ਦੀਸ ਟਰੈਵਲ ਰਿਸਟ੍ਰਿਕਸ਼ਨਸ। ਬਿਗ ਇਸ਼ੂ ਉਹਨਾਂ ਸਟੂਡੈਂਟਸ ਦੇ ਲਈ ਆ ਜਿਹੜੇ ਕਿ ਅਫੈਕਟਡ ਹੋ ਰਹੇ ਨੇ ਇਸ ਟਰੈਵਲ ਬੈਨ ਤੋਂ, ਜਿਹੜੇ ਕਿ ਬਹੁਤ ਟਾਈਮ ਤੋਂ ਆਪਦੀ ਕੰਟਰੀ ਦੇ ਵਿੱਚ ਬੈਠੇ ਨੇ, ਆਪਣੇ ਕੋਰਸ ਔਨ ਕੈਂਪਸ ਨਹੀਂ ਕਰ ਪਾ ਰਹੇ। ਇਸ ਦੇ ਨਾਲ ਹੀ ਉਹ ਕਹਿੰਦੇ ਨੇ he said students would understand the restrictions if they continued for a reasonable length of time। ਉਹ ਕਹਿੰਦੇ ਨੇ ਕਿ ਸਟੂਡੈਂਟਸ ਨੇ ਜਿਹੜੇ ਅੰਡਰਸਟੈਂਡ ਕਰ ਸਕਦੇ ਨੇ ਰਿਸਟ੍ਰਿਕਸ਼ਨਸ ਨੂੰ, ਪਰ ਜੇ ਉਹ ਥੋੜ੍ਹੇ ਟਾਈਮ ਲਈ ਚੱਲਣ ਕਿ ਉਹਨਾਂ ਦੀ ਕੋਈ ਲੈਂਥ ਹੋਵੇ। ਬਟ ਇਫ ਦੇ ਗੋ ਔਨ ਵਿਦਾਊਟ ਐਨੀ ਡਿਟਰਮੀਨੇਸ਼ਨ ਅਬਾਊਟ ਵੈਨ ਦੇ ਆਰ ਲਾਈਕਲੀ ਟੂ ਐਂਡ। ਪਰ ਇਹਨਾਂ ਦੀ ਕੋਈ ਡਿਟਰਮੀਨੇਸ਼ਨ ਨਹੀਂ ਆ, ਕੋਈ ਐਂਦਰ ਨਹੀਂ ਆ ਕਿ ਪਤਾ ਨਹੀਂ ਇਹ ਕਦੋਂ ਖਤਮ ਹੋਣਗੇ। ਦੈਨ ਇਟ ਲੀਡਸ ਟੂ ਅ ਲੋਟ ਆਫ ਫਰਸਟ੍ਰੇਸ਼ਨ। ਸੋ ਕੀ ਹੈ, ਇਹ ਇੱਕ ਬਹੁਤ ਵੱਡੀ ਫਰਸਟ੍ਰੇਸ਼ਨ ਬਣ ਜਾਏਗੀ ਸਟੂਡੈਂਟਸ ਦੇ ਵਿੱਚ। ਸੋ ਸਟੂਡੈਂਟਸ ਦੇ ਵਿੱਚ ਕਾਫੀ ਜ਼ਿਆਦਾ ਐਨਜ਼ਾਈਟੀ ਅਤੇ ਫਰਸਟ੍ਰੇਸ਼ਨ ਆ ਜਿਹੜੀ ਇਹ ਚੀਜ਼ਾਂ ਕ੍ਰੀਏਟ ਕਰ ਦੇਣਗੀਆਂ, ਬਿਕੋਜ਼ ਇੰਡੀਆ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਐਸੇ ਹੈਗੇ ਜਿਹੜੇ ਕਿ ਆਪਣਾ ਫਿਊਚਰ ਬਣਾਉਣ ਦੇ ਲਈ ਆਪਣਾ ਬਹੁਤ ਸਾਰਾ ਪੈਸਾ ਜਿਹੜਾ ਉਹਨਾਂ ਯੂਨੀਵਰਸਿਟੀਜ਼ ਨੂੰ ਦੇ ਦਿੰਦੇ ਨੇਗੇ ਹਾਈ ਐਜੂਕੇਸ਼ਨ ਆ ਜਿਹੜੀ ਲੈਣ ਦੇ ਲਈ। ਨੋ ਡਾਊਟ ਉਹਨਾਂ ਨੂੰ ਹਾਈ ਐਜੂਕੇਸ਼ਨ ਆ ਜਿਹੜੀ ਆਪਣੀ ਕੰਟਰੀ ਦੇ ਵਿੱਚ ਵੀ ਮਿਲ ਸਕਦੀ ਆ, ਬਟ ਉਹ ਕੰਟਰੀਜ਼ ਨੇ ਜਿਹੜੀਆਂ ਐਡਵਾਂਸ ਕੰਟਰੀਜ਼ ਨੇ, ਉਹਨਾਂ ਦੀ ਟੈਕਨੋਲੋਜੀ ਐਡਵਾਂਸ ਆ, ਉਹ ਪ੍ਰੈਕਟੀਕਲ ਸਕਿੱਲਸ ਦਿੰਦੀਆਂ ਨੇ। ਇਹ ਰੀਜ਼ਨ ਹੁੰਦੇ ਨੇ ਕਿ ਅਸੀਂ ਉਹਨਾਂ ਕੰਟਰੀਜ਼ ਦੇ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਹਾਂ, ਅਤੇ ਇਸ ਕਾਰਨਾਂ ਕਰਕੇ ਅਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਪੈਸਾ ਜਿਹੜਾ ਉੱਥੇ ਇਨਵੈਸਟ ਕਰ ਦਿੰਦੇ ਹਾਂ। ਸੋ ਉਸ ਦੇ ਨਾਲ ਹੀ ਕਹਿ ਰਹੇ ਨੇ
that is not a good for the students. It students ਦੇ ਲਈ ਬਿਲਕੁਲ ਠੀਕ ਨਹੀਂ ਆ, of course directly affected. That is perhaps also not good for overall image of Australia as a great place for Indian students. ਉਹ ਕਹਿੰਦੇ ਨੇ ਕਿ ਇਹ ਠੀਕ ਨਹੀਂ ਆ ਨਾ ਤਾਂ ਸਟੂਡੈਂਟਸ ਦੇ ਲਈ ਤੇ ਨਾ ਹੀ ਆਸਟ੍ਰੇਲੀਆ ਦੀ ਰੈਪੂਟੇਸ਼ਨ ਦੇ ਲਈ। ਉਹਨਾਂ ਦੀ ਰੈਪੂਟੇਸ਼ਨ ਆ ਜਿਹੜੀ ਬਹੁਤ ਜ਼ਿਆਦਾ ਡਾਊਨ ਹੋ ਜਾਏਗੀ ਇੰਡੀਅਨ ਸਟੂਡੈਂਟਸ ਦੀ ਨਿਗਾਹ ਦੇ ਵਿੱਚ। ਵੁੱਡ ਬੀ ਆ ਇੰਟਾਇਰਲੀ ਰੀਜ਼ਨੇਬਲ ਫॉर ਦ ਆਸਟ੍ਰੇਲੀਅਨ ਗੌਰਮੈਂਟ ਟੂ ਡਿਵਾਈਜ਼ ਰੂਲ ਫॉर ਸਟੂਡੈਂਟਸ ਹੂ ਵਿਸ਼ ਟੂ ਰਿਟਰਨ। ਉਹ ਕਹਿੰਦੇ ਕਿ ਜਿਹੜਾ ਆਸਟ੍ਰੇਲੀਆ, ਉਹਨਾਂ ਨੂੰ ਆਸਟ੍ਰੇਲੀਆ ਦੀ ਗੌਰਮੈਂਟ ਨੂੰ ਆ ਜਿਹੜਾ ਰੂਲਸ ਬਣਾ ਦੇਣੇ ਚਾਹੀਦੇ ਨੇ ਕਿ ਉਹ ਕਿੱਦਾਂ ਰਿਟਰਨ ਕਰਨਗੇ, ਕਿ ਫੁੱਲੀ ਵੈਕਸੀਨੇਟਡ ਵੀ ਟੈਸਟਡ ਕਰਨ, ਉਹਨਾਂ ਦੇ ਕੋਵਿਡ-19 ਫੁੱਲੀ ਵੈਕਸੀਨੇਟਡ ਨੇ ਜਿਹੜੇ ਉਹ ਰਿਟਰਨ ਕਰ ਸਕਣ, ਜਾਂ ਫਿਰ ਕੋਈ ਕੁਆਰੰਟਾਈਨ ਫॉर 2 ਵੀਕਸ ਔਨ ਅਰਾਈਵਲਸ, ਕਿ ਜਦੋਂ ਉਹ ਉੱਥੇ ਪਹੁੰਚਣ ਜਾਂ ਫਿਰ ਉਹਨਾਂ ਨੂੰ ਕੁਆਰੰਟਾਈਨ ਕਰਨ 2 ਵੀਕਸ ਦੇ ਲਈ। ਇਸ ਦੇ ਨਾਲ ਹੀ ਉਹ ਕਹਿ ਰਹੇ ਨੇ, ਕਹਿੰਦੇ ਦੇ ਸਾਈਨਡ ਅਪ ਫॉर ਐਜੂਕੇਸ਼ਨ ਹੇਅਰ ਇਨ ਯੂਅਰਸ ਯੂਨੀਵਰਸਿਟੀਜ਼। ਉਹ ਕਹਿੰਦੇ ਨੇ ਕਿ ਉਹਨਾਂ ਨੇ ਸਾਈਨ ਕੀਤੇ ਸੀਗੇ ਇੱਥੇ ਐਜੂਕੇਸ਼ਨ ਲੈਣ ਦੇ ਲਈ ਤੁਹਾਡੀਆਂ ਯੂਨੀਵਰਸਿਟੀਜ਼ ਦੇ ਵਿੱਚ, ਉਹਨਾਂ ਨੇ ਇਨਰੋਲ ਹੋਏ ਸੀਗੇ ਉਹ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਲੈਣ ਲਈ। ਦੇ ਕੰਟੀਨਿਊ ਟੂ ਪੇ ਅ ਸਬਸਟੈਂਸ਼ੀਅਲ ਅਮਾਊਂਟ ਆਫ ਟਿਊਸ਼ਨ ਫੀਸ। ਉਹ ਕੰਟੀਨਿਊ ਜਿਹੜਾ ਔਨਲਾਈਨ ਸਟੱਡੀ ਕਰ ਰਹੇ ਨੇ ਅਤੇ ਤੁਹਾਡੀਆਂ ਫੀਸਾਂ ਨੇ ਜਿਹੜੀਆਂ ਉਹ ਪੇ ਕਰ ਰਹੇ ਨੇ ਤੁਹਾਡੀ ਕੰਟਰੀ ਨੂੰ। ਦੇ ਆਰ ਗੈਟਿੰਗ ਔਨਲਾਈਨ ਐਜੂਕੇਸ਼ਨ ਲੈ ਰਹੇ ਨੇ, ਬਟ ਦੈਟ ਰੀਅਲੀ ਇਜ਼ ਨੋਟ ਵਟ ਦੇ ਸਾਈਨਡ ਅਪ ਫੋਰ। ਕਿ ਉਹ ਚੀਜ਼ ਨਹੀਂ ਆ ਜਿਸ ਲਈ ਉਹਨਾਂ ਨੇ ਆਪਣਾ ਯੂਨੀਵਰਸਿਟੀ ਦੇ ਵਿੱਚ ਇਨਰੋਲ ਹੋਏ ਸੀ। ਉਹ ਇਨਰੋਲ ਹੋਏ ਸੀ ਕਿ ਅਸੀਂ ਉੱਥੇ ਜਾਵਾਂਗੇ, ਆਪਣੇ ਕੈਂਪਸ ਦੇ ਵਿੱਚ ਜਾ ਕੇ ਜਿਹੜਾ ਫੇਸ ਟੂ ਫੇਸ ਕੋਰਸ ਆ ਜਿਹੜਾ ਕਰਾਂਗੇ, ਪ੍ਰੈਕਟੀਕਲ ਸਕਿੱਲਸ ਅਕਵਾਇਰ ਕਰਾਂਗੇ, ਬਟ ਇੱਦਾਂ ਦਾ ਉਹਨਾਂ ਨੂੰ ਕੁਛ ਵੀ ਨਹੀਂ ਮਿਲ ਰਿਹਾ। ਉਹ ਔਨਲਾਈਨ ਪੜ੍ਹ ਰਹੇ ਹੈਗੇ ਬੈਠੇ। ਇਸ ਦੇ ਨਾਲ ਹੀ ਉਹ ਕਹਿ ਰਹੇ ਆ, ਰਿਕੁਐਸਟ ਕਰ ਰਹੇ ਆ ਕਿ ਦ ਆਸਟ੍ਰੇਲੀਅਨ ਗੌਰਮੈਂਟ ਟੂ ਕੰਸੀਡਰ ਵੇ ਐਂਡ ਮੀਨਸ ਟੂ ਐਟ ਲੀਸਟ ਸਿਗਨਲ ਟੂ ਦ ਸਟੂਡੈਂਟਸ ਅ ਟਾਈਮ ਫਰੇਮ ਬਾਈ ਵਿਚ ਦੇ ਕੈਨ ਐਕਸਪੈਕਟ ਟੂ ਬੀ ਅ ਬੈਕ। ਉਹ ਕਹਿ ਰਹੇ ਕਿ ਕਮ ਸੇ ਕਮ ਆਸਟ੍ਰੇਲੀਅਨ ਗੌਰਮੈਂਟ ਨੂੰ ਆ ਜਿਹੜਾ ਇੱਕ ਟਾਈਮ ਲਾਈਨ, ਇੱਕ ਟਾਈਮ ਫਰੇਮ ਦੇ ਦੇਣਾ ਚਾਹੀਦਾ ਸਟੂਡੈਂਟਸ ਨੂੰ ਕਿ ਉਹ ਕਦੋਂ ਜਿਹੜਾ ਆਪਦੀ ਇਸ ਕੰਟਰੀ ਦੇ ਵਿੱਚ ਆ ਕੇ ਸਟੱਡੀ ਸਟਾਰਟ ਕਰ ਸਕਦੇ ਨੇ, ਕਿ ਕਦੋਂ ਉਹ ਬੈਕ ਆ ਸਕਦੇ ਨੇ। ਆਸਟ੍ਰੇਲੀਆ ਦੇ ਐਜੂਕੇਸ਼ਨ ਮਿਨਿਸਟਰ ਨੇ ਉਹ ਕਹਿੰਦੇ ਨੇ ਕਿ ਜਿਹੜਾ ਇਹ ਕੋਵਿਡ-19 ਦੀ ਸਿਚੁਏਸ਼ਨ ਆ, ਇਹ ਪੈਂਡੇਮਿਕ ਦੀ ਸਿਚੁਏਸ਼ਨ ਆ, ਬਹੁਤ ਜ਼ਿਆਦਾ ਚੈਲੰਜਿੰਗ ਬਣ ਚੁੱਕੀ ਆ ਆਸਟ੍ਰੇਲੀਆ ਦੇ ਲਈ ਐਂਡ ਫੋਰ ਮੈਨੀ ਸਟੂਡੈਂਟਸ ਦੇ ਲਈ ਆਲਸੋ, ਕਿ ਜਿਹੜੇ ਬਹੁਤ ਸਾਰੇ ਸਟੂਡੈਂਟਸ ਇਨਰੋਲ ਹੋ ਚੁੱਕੇ ਸੀ ਉਹਨਾਂ ਲਈ ਵੀ ਇੱਕ ਜਿਹੜੇ ਚੈਲੰਜਿੰਗ ਸਿਚੁਏਸ਼ਨ ਬਣ ਚੁੱਕੀ ਆ। ਬਟ ਉਹ ਕਹਿੰਦੇ ਆ ਫੋਰ ਮੈਨੀ ਇੰਟਰਨੈਸ਼ਨਲ ਸਟੂਡੈਂਟਸ ਐਂਡ ਸੈਟ ਦੇ ਵੁੱਡ ਵੀ ਵੈਲਕਮ ਬੈਕ ਐਜ਼ ਸੂਨ ਐਜ਼ ਪੋਸੀਬਲ। ਉਹ ਕਹਿੰਦੇ ਕਿ ਜਿੰਨੀ ਜਲਦੀ ਹੋ ਸਕੇਗਾ ਉਹ ਜਿਹੜੇ ਰਿਟਰਨ ਕਰਨਗੇ ਇਸ ਕੰਟਰੀ ਦੇ ਵਿੱਚ, ਤਾਂ ਜੋ ਉਹ ਆਪਣੀਆਂ ਫੀਸਾਂ ਜਿਸ ਯੂਨੀਵਰਸਿਟੀ ਨੂੰ ਪੇ ਕਰੀਆਂ ਨੇ ਉੱਥੋਂ ਆਪਣੀ ਐਜੂਕੇਸ਼ਨ ਆ ਜਿਹੜੀ ਲੈ ਸਕਣ। ਇਸ ਦੇ ਨਾਲ ਹੀ ਕਹਿ ਰਿਹਾ ਦ ਗੌਰਮੈਂਟ ਵਾਜ਼ ਵਰਕਿੰਗ ਵਿਦ ਯੂਨੀਵਰਸਿਟੀਜ਼, ਸਟੇਟ ਐਂਡ ਟੈਰੀਟਰੀਜ਼ ਔਨ ਪਲਾਨ ਟੂ ਰਿਟਰਨ ਇੰਟਰਨੈਸ਼ਨਲ ਸਟੂਡੈਂਟਸ ਵੈਨ ਕੰਡੀਸ਼ਨਸ ਅਲਾਓ। ਸੋ ਜਿਹੜੀਆਂ ਗੌਰਮੈਂਟਸ ਨੇ ਵਰਕਿੰਗ ਕਰ ਰਹੀਆਂ ਨੇ ਯੂਨੀਵਰਸਿਟੀਜ਼ ਦੇ ਨਾਲ, ਸਟੇਟਸ ਦੇ ਨਾਲ, ਕਿ ਜਿਹੜੀਆਂ ਬੱਚਿਆਂ ਨੂੰ ਜਿਹੜਾ ਵਾਪਸ ਲੈ ਕੇ ਆਤਾ ਜਾਵੇ। ਕਿ ਜਿਹੜੇ ਚੀਫ ਐਗਜ਼ੀਕਿਊਟਿਵਸ ਨੇ ਯੂਨੀਵਰਸਿਟੀਜ਼ ਦੇ, ਉਹ ਫੀਲ ਕਰ ਸਕਦੇ ਨੇਗੇ ਐਨਜ਼ਾਈਟੀ ਆ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੀ, ਜਿਹੜੇ ਕਿ ਅਨਏਬਲ ਸੀਗੇ ਰਿਟਰਨ ਕਰਨ ਲਈ ਆਸਟ੍ਰੇਲੀਆ ਦੇ ਵਿੱਚ ਟੂ ਕੰਟੀਨਿਊ ਔਰ ਕੰਪਲੀਟ ਦੇਅਰ ਸਟੱਡੀ। ਇਸ ਦੇ ਨਾਲ ਹੀ ਉਹ ਕਹਿੰਦੇ ਆ ਕਿ ਕਿੱਦਾਂ ਲੌਜਿਸਟਿਕ ਆਫ ਰਿਮੋਟ ਲਰਨਿੰਗ ਕੈਨ ਵੀ ਚੈਲੰਜਿੰਗ ਇਨਕਲੂਡਿੰਗ ਇਸ਼ੂ ਸਚ ਐਜ਼ ਟਾਈਮ ਜ਼ੋਨ ਡਿਫਰੈਂਸਿਸ ਐਂਡ ਦ ਵੇਰੀਏਬਲ ਲੈਵਲ ਆਫ ਇੰਟਰਨੈਟ ਐਕਸੈਸ ਫॉर ਸਟੂਡੈਂਟਸ ਸਟੱਡਿੰਗ ਓਵਰਸੀਜ਼, ਸ਼ੀ ਸੈਡ। ਇਸ ਦੇ ਨਾਲ ਹੀ ਉਹ ਕਹਿ ਰਹੇ ਹੈਗੇ ਕਿ ਜਿਹੜੇ ਬਹੁਤ ਸਾਰੇ ਬੱਚੇ ਨੇਗੇ ਉਹ ਔਨਲਾਈਨ ਕੋਰਸ ਲੈ ਰਹੇ ਨੇ ਅਤੇ ਔਨਲਾਈਨ ਕੋਰਸ ਆ ਜਿਹੜੀ ਔਨਲਾਈਨ ਸਟੱਡੀ ਆ ਜਿਹੜੀ ਉਹ ਕਰ ਰਹੇ ਨੇ, ਬਟ ਇਹ ਬਹੁਤ ਜ਼ਿਆਦਾ ਚੈਲੰਜਿੰਗ ਬਣ ਚੁੱਕੀ ਆ ਸਟੂਡੈਂਟਸ ਦੇ ਲਈ। ਬਿਕੋਜ਼ ਜਿਹੜੀ ਔਨਲਾਈਨ ਐਜੂਕੇਸ਼ਨ ਆ, ਔਨਲਾਈਨ ਐਜੂਕੇਸ਼ਨ ਦੇ ਵਿੱਚ ਬਹੁਤ ਸਾਰੀਆਂ ਡਿਫੀਕਲਟੀਜ਼ ਫੇਸ ਕਰਦੇ ਨੇ। ਜਿੱਦਾਂ ਕਿ ਸਭ ਤੋਂ ਪਹਿਲਾਂ ਤਾਂ ਟਾਈਮ ਜ਼ੋਨ ਦੀ ਆ ਗਈ, ਕਿ ਆਪਣਾ ਇੰਡੀਆ ਅਤੇ ਆਸਟ੍ਰੇਲੀਆ ਦੇ ਟਾਈਮ ਜ਼ੋਨ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ। ਸੋ ਇਹਦੇ ਕਰਕੇ ਉਹਨਾਂ ਨੂੰ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ ਆਪਣੀ ਜਿਹੜੀ ਔਨਲਾਈਨ ਕਲਾਸਿਸ ਜੁਆਇਨ ਕਰਨ ਦੇ ਲਈ। ਇਸ ਦੇ ਨਾਲ ਹੀ ਉਹ ਗੱਲ ਕਰ ਦੇਂਗੇ ਇੰਟਰਨੈਟ ਦੀ, ਕਿਉਂਕਿ ਜਿਹੜਾ ਇੰਟਰਨੈਟ ਆ ਆਸਟ੍ਰੇਲੀਆ ਦੇ ਵਿੱਚ ਉਹ ਕਾਫੀ ਫਾਸਟ ਆ, ਬਟ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਡਿਫੀਕਲਟੀਜ਼ ਨੇ ਸਟੂਡੈਂਟ ਫੇਸ ਕਰਦੇ ਨੇ। ਇਸ ਦੇ ਨਾਲ ਹੀ ਉਹ ਗੱਲ ਕਰਦੇ ਨੇ ਕਿ ਉਹਨਾਂ ਦੀ ਸਟੇਟਮੈਂਟ ਦੀ ਜਿਹੜੀ ਕਿ ਸਕੌਟ ਮੋਰੀਸਨ ਨੇ ਦਿੱਤੀ ਸੀਗੀ ਅਪ੍ਰੈਲ ਦੇ ਵਿੱਚ। ਐਟ ਦ ਐਂਡ ਆਫ ਅਪ੍ਰੈਲ ਦਾ ਮੋਰੀਸਨ ਗੌਰਮੈਂਟ ਅਨਾਊਂਸ ਦੈਟ ਐਨੀਵਨ ਹੂ ਹੈਡ ਬੀਨ ਇਨ ਇੰਡੀਆ ਇਨ ਦ ਪ੍ਰੀਵੀਅਸ 2 ਵੀਕਸ ਐਂਡ ਅਟੈਂਪਟਡ ਟੂ ਰਿਟਰਨ ਟੂ ਆਸਟ੍ਰੇਲੀਆ ਵੁੱਡ ਫੇਸ ਜੇਲ। ਇਸ ਦੇ ਨਾਲ ਹੀ ਉਹ ਕਹਿ ਰਹੇ ਹੈਗੇ ਕਿ ਇੰਡੀਆ ਜਿਹੜਾ ਅੰਡਰਸਟੈਂਡ ਕਰ ਸਕਦਾ ਆਸਟ੍ਰੇਲੀਆ ਦੀ ਸਿਚੁਏਸ਼ਨ ਨੂੰ, ਬਟ ਹੁਣ ਦੇ ਟਾਈਮ ਆ ਜਿਹੜੀ ਇੰਡੀਆ ਤੋਂ ਡਾਇਰੈਕਟ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਜਿਹੜੀ ਆ ਫਲਾਈਟ ਨਹੀਂ ਆ। ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਗਾਈਡਲਾਈਨ ਦਿੱਤੀ ਜਾਵੇ, ਕੋਈ ਟਾਈਮ ਫਰੇਮ ਦਿੱਤਾ ਜਾਵੇ ਕਿ ਕਦੋਂ ਉਹ ਰਿਟਰਨ ਕਰ ਸਕਦੇ ਨੇ। ਆਸਟ੍ਰੇਲੀਆ ਨੂੰ ਵੀ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਜਿਹੜੀਆਂ ਇਹ ਦਿੱਕਤਾਂ ਨੇ, ਡਿਫੀਕਲਟੀਜ਼ ਨੇ, ਜਿਹੜੀਆਂ ਸਮਝਣੀਆਂ ਚਾਹੀਦੀਆਂ ਨੇ। ਬਿਕੋਜ਼ ਉਹਨਾਂ ਨੇ ਬਹੁਤ ਸਾਰੇ ਪੈਸੇ ਪੇ ਕਰ ਦਿੱਤੇ ਨੇ ਯੂਨੀਵਰਸਿਟੀਜ਼ ਨੂੰ ਇੱਕ ਹਾਈ ਕੁਆਲਿਟੀ ਆਫ ਐਜੂਕੇਸ਼ਨ ਲੈਣ ਦੇ ਲਈ, ਜੋ ਕਿ ਉਹਨਾਂ ਨੂੰ ਮਿਲ ਹੀ ਨਹੀਂ ਰਹੀ, ਬਟ ਸਟਿਲ ਦੇ ਆਰ ਪੇਇੰਗ। ਸੋ ਆਸਟ੍ਰੇਲੀਅਨ ਗੌਰਮੈਂਟ ਨੂੰ ਕੋਈ ਟਾਈਮ ਲਾਈਨ ਜਾਂ ਫਿਰ ਕੋਈ ਇੱਦਾਂ ਦਾ ਰੂਲ ਬਣਾਉਣਾ ਚਾਹੀਦਾ ਤਾਂ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਈਜ਼ਲੀ ਟਰੈਵਲ ਕਰ ਸਕਣ।
ਸੋ ਅੱਜ ਦੀ ਇਨਫੋਰਮੇਸ਼ਨ ਇਹੀ ਸੀਗੀ। ਹੋਪ ਸੋ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਇਨਫੋਰਮੇਸ਼ਨ ਵਧੀਆ ਲੱਗੀ ਹੋਏਗੀ। ਸੋ ਪਲੀਜ਼ ਚੈਨਲ ਨੂੰ ਲੀਵ ਕਰਨ ਤੋਂ ਪਹਿਲਾਂ ਲਾਈਕ, ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ।